ਸਾਹਿਲ ਜੀ ਕਿਸੇ ਵੀ ਤਰ੍ਹਾਂ ਦੀ ਮਰਦਾਨਾ ਕਮਜ਼ੋਰੀ ਸਿਰਫ 140 ਰੁਪਏ ਚ ਇਦਾਂ ਠੀਕ ਕਰ ਦੋਗੇ? ਇਹ ਦੇਖੋ ਜੀ, ਇਹ ਜਿਹੜੇ ਪਾਰਸਲ ਜਾ ਰਹੇ ਨੇ ਇਹ ਲੋਕਾਂ ਦੀ ਰਿਪੀਟ ਹੈ, ਜਿਨ੍ਹਾਂ ਨੇ ਲਾਸਟ ਮੰਥ ਨੂੰ ਦਵਾਈ ਮੰਗਵਾਈ ਸੀ। 140 ਰੁਪਏ ਪਰ ਡੇ, ਮਹੀਨੇ ਦੀ 4200 ਰੁਪਏ ਦਾ ਕੋਰਸ ਪੈਂਦਾ ਹੈ। ਇਦਾਂ ਦੀ ਔਸ਼ਧੀ ਦਾ ਬਾਜ਼ਾਰੋਂ ਦੀ ਕੋਈ ਵੀ ਬੰਦਾ ਬਣਾ ਲੇਗਾ, ਪਰ ਐਕਸਪੀਰੀਅੰਸ ਨਹੀਂ ਨਾ ਹੈਗਾ ਉਹਨਾਂ ਨੂੰ। 50 ਸਾਲ ਦਾ ਐਕਸਪੀਰੀਅੰਸ ਡਾਕਟਰ ਸਾਹਿਬ ਨੂੰ, 50 ਸਾਲ ਦਾ ਐਕਸਪੀਰੀਅੰਸ ਥੋੜਾ ਨਹੀਂ ਹੁੰਦਾ, ਠੀਕ ਹੈ ਨਾ। ਇਸ ਤਰ੍ਹਾਂ ਤਾਂ YouTube ਤੇ ਹਰ ਕੋਈ ਕਹਿੰਦਾ ਜੀ ਅਸੀਂ ਅਸ਼ਵਗੰਧਾ ਵੀ ਲੈ ਲਿਆ, ਵਿਧਾਰੀ ਕੰਦ ਵੀ ਲੈ ਲਈ, ਕੌਂਚ ਕੇ ਬੀਜ ਵੀ ਲੈ ਲਏ, ਕਿੱਕਰ ਫਲੀ ਵੀ ਲੈ ਲਈ, ਪ੍ਰਵਾਲ ਪਿਸ਼ਟੀ ਵੀ ਲੈ ਲਈ, ਅਬਰਕ ਭਸਮ ਵੀ ਲੈ ਲਈ, ਪਰ ਅਸੀਂ ਠੀਕ ਕਿਉਂ ਨਹੀਂ ਹੋ ਰਹੇ? ਕਿਉਂ ਨਹੀਂ ਠੀਕ ਹੋ ਰਹੇ? ਬੰਦੇ ਨੂੰ ਜਦੋਂ ਮਰਦਾਨਾ ਕਮਜ਼ੋਰੀ ਆਉਂਦੀ ਹੈ, ਉਹ ਬੰਦੇ ਨੂੰ ਇੱਕ ਐਂਗਜ਼ਾਇਟੀ ਨਾਲ ਹੋ ਜਾਂਦੀ ਹੈ। ਐਂਗਜ਼ਾਇਟੀ ਦੇ ਨਾਲ ਉਹਨੂੰ ਡਿਪਰੈਸ਼ਨ ਵੀ ਹੋ ਜਾਂਦਾ ਹੈ। ਉਹ ਤਰ੍ਹਾਂ ਤਰ੍ਹਾਂ ਦੇ ਪਦਾਰਥ ਵਰਤਣੇ ਸ਼ੁਰੂ ਕਰ ਦਿੰਦਾ ਹੈ ਮਰਦਾਨਾ ਕਮਜ਼ੋਰੀ ਦੇ ਨਾਂ 'ਤੇ। ਕੋਈ ਸਪਲੀਮੈਂਟ ਲੈਣੇ ਸ਼ੁਰੂ ਕਰ ਦਿੰਦਾ, ਕੋਈ ਸਟੀਰੋਇਡ ਲੈਣੇ ਸ਼ੁਰੂ ਕਰ ਦਿੰਦਾ ਹੈ। ਇਸੇ ਕਰਕੇ ਡਾਕਟਰ ਸਾਹਿਬ ਉਹਨਾਂ ਦੇ ਹਾਰਮੋਨਸ ਵੀ ਚੈੱਕ ਕਰਾਉਂਦੇ ਨੇ, ਟੈਸਟ ਕਰਾਉਂਦੇ ਨੇ, ਔਰ ਇਹ ਬ੍ਰੇਨ ਦੇ ਵਿੱਚ ਜਿਹੜੇ ਸਾਡੇ ਸੀਰੋਟੋਨ ਕੈਮੀਕਲ ਦੀ ਕਮੀ ਹੋ ਜਾਂਦੀ ਹੈ, ਉਹਦੇ ਨਾਲ ਇੱਕ ਨਾਈਟ੍ਰਿਕ ਆਕਸਾਈਡ ਪਦਾਰਥ ਹੈ ਜਿਹੜਾ ਸਾਡੇ ਬ੍ਰੇਨ ਤੋਂ ਰਿਲੀਜ਼ ਹੋ ਕੇ ਆਰਟਰੀਜ਼ ਦੇ ਨਾਲ ਸਾਡੇ ਪੈਨਕ੍ਰਾਈਸ ਤੋਂ ਹੋ ਕੇ ਸਾਡੇ ਪੈਨਾਈਲ ਤੱਕ ਜਾਂਦਾ ਹੈ, ਜਿਹੜਾ ਫੁਲਾਵਟ ਪੈਨਿਸ ਤੇ ਹੁੰਦੀ ਹੈ। ਬੰਦੇ ਦੇ ਹਾਰਮੋਨਸ ਠੀਕ ਹੋਣੇ ਚਾਹੀਦੇ, ਬੰਦੇ ਦੇ ਪੈਨਿਸ ਦੇ ਵਿੱਚ ਬੰਦੇ ਦੇ ਮਰਦਾਨਾ ਕਮਜ਼ੋਰੀ ਦੂਰ ਹੁੰਦੀ ਹੈ। ਜਿਸ ਤਰ੍ਹਾਂ ਡਾਕਟਰ ਸਾਹਿਬ ਪੇਸ਼ੈਂਟ ਨੂੰ ਬੁਲਾਉਂਦੇ ਨੇ ਜਾਂ ਫੋਨ ਤੇ ਵੀ ਕਾਉਂਸਲਿੰਗ ਕਰਦੇ ਨੇ, ਐਨਾਲਾਈਜ਼ ਕਰਨਾ ਜ਼ਰੂਰੀ ਹੈ। ਤੁਹਾਡੇ ਕਹਿਣ ਦਾ ਮਤਲਬ ਇਹ ਹੈ ਸਾਰਿਆਂ ਨੂੰ ਇੱਕੋ ਤਰ੍ਹਾਂ ਦੀ ਦਵਾਈ ਨਹੀਂ ਦਿੰਦੇ, ਨੀਡ ਦੇ ਹਿਸਾਬ ਨਾਲ ਹੈ। ਕਈ ਪੇਸ਼ੈਂਟ ਨੂੰ ਰਸਾਇਣ ਭਸਮਾਂ ਦੇਣ ਦੀ ਲੋੜ ਹੁੰਦੀ ਹੈ, ਉਹਦੀ ਥੋੜੀ ਐਕਸਪੈਂਸਿਵ ਬਣਦੀ ਹੈ ਮੈਡੀਸਿਨ, ਪਰ ਜਿਹੜਾ ਵੀ ਇੱਕ ਵਾਰੀ ਇੱਥੋਂ ਦਵਾਈ ਲੈ ਕੇ ਜਾਂਦਾ ਡਾਕਟਰ ਸਾਹਿਬ ਕੋ, ਉਹ ਕਿਤੇ ਹੋਰ ਨਹੀਂ ਜਾਂਦਾ। ਕੱਲ੍ਹ ਇੱਕ ਪੇਸ਼ੈਂਟ ਆਇਆ, 30 ਸਾਲ ਉਹਦੀ ਉਮਰ ਹੈ, ਡਾਕਟਰ ਸਾਹਿਬ ਦੇ ਆ ਕੇ ਪੈਰੀ ਹੱਥ ਲਾਏ ਉਹਨਾਂ ਨੇ, ਤੇ ਕਹਿੰਦਾ ਡਾਕਟਰ ਸਾਹਿਬ ਮੈਂ ਜੀਣਾ ਨਹੀਂ ਚਾਹੁੰਦਾ, ਮੈਂ ਲੱਖ ਸਵਾ ਲੱਖ ਦੀ ਦਵਾਈ ਖਾ ਚੁੱਕਾ ਵਾਂ, ਤੇ ਘਰ ਮੇਰੇ ਰਿਸ਼ਤੇ ਆਏ ਪਏ ਨੇ, ਕੋਈ ਮੇਰੀ ਸਿਸਟਰ ਰਿਸ਼ਤਾ ਲਿਆ ਰਹੀ, ਕੋਈ ਰਿਲੇਟਿਵ ਲਿਆ ਰਿਹਾ, ਪਰ ਮੈਂ ਸ਼ਾਦੀ ਦੇ ਲਾਇਕ ਨਹੀਂ ਹੈਗਾ, ਮੈਨੂੰ ਬਹੁਤ ਡਰ ਲੱਗਦਾ ਪਿਆ, ਮੈਂ ਜੀਣਾ ਨਹੀਂ ਚਾਹੁੰਦਾ, ਜਾਂ ਨੂੰ ਜ਼ਹਿਰ ਦੇ ਦਿਓ ਤੇ ਜਾਂ ਮੈਨੂੰ ਠੀਕ ਕਰ ਦਿਓ। ਇੱਥੋਂ ਤੱਕ ਡਾਕਟਰ ਸਾਹਿਬ ਕੋਲ ਪੇਸ਼ੈਂਟ ਆ ਕੇ ਇੰਨਾ ਐਂਗਜ਼ਾਇਟੀ 'ਚ ਆਉਂਦੇ ਨੇ ਕਿ ਜਿਹੜਾ ਉਸ ਤੋਂ ਬਾਅਦ ਡਾਕਟਰ ਸਾਹਿਬ ਉਹਨਾਂ ਦਾ ਫਿਰ ਐਨਾਲਾਈਜ਼ ਕੀਤਾ, ਡਾਕਟਰ ਸਾਹਿਬ ਨੇ ਪੂਰੀ ਉਹਨਾਂ ਦੀ ਹਿਸਟਰੀ ਲਿੱਤੀ, ਨਾਲ ਮੈਂ ਵੀ ਬੈਠਾ ਸੀਗਾ। ਉਹਨੂੰ ਫਿਰ ਜ਼ਿਆਦਾ ਪ੍ਰੋਬਲਮ ਜਿਹੜੀ ਸੀਗੀ ਉਹਨੂੰ ਡਿਪਰੈਸ਼ਨ ਦੀ ਬਹੁਤ ਸੀ, ਕਿਉਂਕਿ ਉਹ ਇੱਕ ਤਾਂ ਪੇਸ਼ੈਂਟ ਦਵਾਈਆਂ ਖਾਂਦਾ ਹੈ, ਉਹਨੂੰ ਪ੍ਰੋਬਲਮ ਹੁੰਦੀ ਹੈ, ਉਹਨੂੰ ਕਈ ਪੇਸ਼ੈਂਟ ਨੂੰ ਦਵਾਈਆਂ ਗਲਤ ਵੀ ਦੇ ਦਿੰਦੇ ਨੇ, ਕਈ ਪੈਸੇ ਠੱਗਣ ਦੇ ਕਾਰਨ, ਕਿ ਅਸੀਂ ਤੈਨੂੰ ਸਵਰਨ ਪਸੰਦ ਪਾਤੀ, ਤੈਨੂੰ ਹੀਰਾ ਪਸੰਦ ਪਾਤੀ ਹੈ, ਪਾਣਾ ਕੱਖ ਨਹੀਂ। ਕਿਉਂਕਿ ਦੇਖੋ ਦਵਿੰਦਰ ਜੀ, ਮੈਂ ਤੁਹਾਨੂੰ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਕਹਿਣ ਜਾ ਰਿਹਾ, ਜਿਹੜਾ ਬੰਦਾ ਤੁਹਾਨੂੰ 6000 8000 ਦੀ ਵੀ ਦਵਾਈ ਦਿੰਦਾ ਹੈ, ਜੇ ਉਹ ਕਹਿੰਦਾ ਹੈ ਕਿ ਮੈਂ ਸਵਰਨ ਪਸੰਦ ਪਾ ਰਿਹਾ, ਉਹ ਸਰਾਸਰ ਝੂਠ ਹੈਗਾ ਜੇ। ਜਿਹੜਾ ਤੁਹਾਨੂੰ 1000 1500 ਦੀ ਵੀ ਦਵਾਈ ਦਿੰਦਾ ਹੈ, ਉਹ ਵੀ ਮਿੱਟੀ ਜੇ, ਠੀਕ ਹੈ। ਜੇ ਅਸੀਂ 140 ਦੀ ਨਾ 140 ਨੂੰ ਕੈਲਕੂਲੇਸ਼ਨ ਕਰੋਗੇ 4200 ਦੀ ਬਣੇਗੀ ਮਹੀਨੇ ਦੇ ਹਿਸਾਬ ਨਾਲ, ਠੀਕ ਹੈ ਨਾ। ਇਸੇ ਕਰਕੇ ਜੇ ਤੁਹਾਨੂੰ ਕੋਈ 6000 8000 ਚ ਕਹਿ ਰਿਹਾ ਕਿ ਮੈਂ ਸੋਨਾ ਭਸਮ ਵਾਲੀ ਦਵਾਈ ਦੇ ਰਿਹਾ, ਉਹ ਸਰਾਸਰ ਝੂਠ ਹੈ। ਕਿਉਂਕਿ 1 ਗ੍ਰਾਮ ਜਿਹੜੀ ਸਵਰਨ ਭਸਮ ਦਾ ਰੇਟ ਅਸਲੇ 12000 ਰੁਪਇਆ, ਚਾਹੇ ਤੁਸੀਂ ਡਾਬਰ ਦੀ ਲੈ ਲਓ, ਬੈਦਿਆਨਾਥ ਦੀ ਲੈ ਲਓ, 200-300 ਰੁਪਏ ਦਾ ਫਰਕ ਹੈ ਹਰ ਇੱਕ ਦੀ। ਪਰ ਇਸ ਤਰ੍ਹਾਂ ਹੈ ਕਿ ਡਾਕਟਰ ਸਾਹਿਬ ਕੋਲ ਜਿਹੜੇ ਪੇਸ਼ੈਂਟ ਆਉਂਦੇ ਆ, ਉਹ ਇੱਕ ਤਾਂ ਇਮਾਨਦਾਰੀ ਨਾਲ, ਇੱਕ ਦਿਲੋਂ, ਇੱਕ ਘੱਟ ਪੈਸਿਆਂ ਨਾਲ ਉਹਦਾ ਇਲਾਜ ਕਰਦੇ ਨੇ। ਹਾਂ, ਬਾਕੀ ਤੁਹਾਨੂੰ ਕਹਿ ਰਿਹਾ ਜਿਹਨੂੰ ਨੀਡ ਹੋਵੇ ਕਿ ਇਹਨੂੰ ਭਸਮਾਂ ਪਾਉਣ ਦੀ ਨੀਡ ਹੈਗੀ ਹੈ, ਇਹਨੂੰ ਜ਼ਰੂਰਤ ਹੈਗੀ ਹੈ, ਤੇ ਫਿਰ ਡਾਕਟਰ ਸਾਹਿਬ ਦੱਸ ਕੇ ਪਾਉਂਦੇ ਨੇ। ਕਈ ਕੰਪਨੀਆਂ ਤਾਂ ਦਾਅਵਾ ਕਰਦੀਆਂ ਜੀ ਬੰਦਾ ਦਵਾਈ ਖਾਵੇ 4 ਦਿਨ 'ਚ ਠੀਕ, ਤੁਸੀਂ ਕਹਿੰਦੇ 2 ਮਹੀਨੇ ਲੱਗਦੇ ਆ। ਦੇਖੋ, ਦਾਅਵਾ ਕੋਈ ਵੀ ਚੀਜ਼ ਦਾ ਨਹੀਂ ਹੁੰਦਾ, ਇਹ ਤਾਂ ਇੱਕ ਤੁਹਾਨੂੰ ਜਿਨ੍ਹਾਂ ਨੇ ਸਾਡੇ ਕੋਲ ਦਵਾਈ ਲਿੱਤੀ ਹੈ, ਜਿਨ੍ਹਾਂ ਨੇ ਸਾਡੇ ਕੋਲ ਆਏ ਨੇ, ਜਿਹੜੇ ਡਾਕਟਰ ਸਾਹਿਬ ਕੋ ਦਵਾਈ ਖਾ ਚੁੱਕੇ ਨੇ, ਇਹ ਤੇ ਉਹਨਾਂ ਨੂੰ ਪਤਾ ਹੈ ਨਾ ਕਿ ਬੜੇ ਲੋਕੀ ਹੈਪੀ ਨੇ। ਮੇਰਾ ਅਗਲਾ ਸਵਾਲ ਹੈ ਜੀ, ਜਿੱਦਾਂ ਤੁਸੀਂ ਪਾਰਸਲ ਤਾਂ ਦਿਖਾਤੇ, ਇਹਦਾ ਮਤਲਬ ਤੁਸੀਂ ਆਨਲਾਈਨ ਕੰਮ ਕਰਦੇ ਆ। ਜਿਹੜੇ ਇੰਟਰਨੈਸ਼ਨਲ ਬੰਦੇ ਬੈਠੇ ਆ, ਕੋਈ ਕੈਨੇਡਾ ਬੈਠਾ, ਕੋਈ ਅਮਰੀਕਾ ਬੈਠਾ, ਉਹ ਮੰਗਾਉਣਾ ਚਾਹਵੇ ਜੀ, ਉਹਦੇ ਵਾਸਤੇ ਇਹ ਤੁਸੀਂ ਨਾਮ ਨਹੀਂ ਪੜ੍ਹਨਾ, ਵਿੱਚ ਕੈਨੇਡਾ ਦੇ ਵੀ ਹੈ, ਆਸਟ੍ਰੇਲੀਆ ਦੇ ਵੀ ਹੈ। ਜਿਹੜਾ ਵੀ ਮੈਡੀਸਿਨ ਲੈਣ ਆਉਂਦਾ ਹੈ, ਚਾਹੇ ਉਹ ਅਫਸਰ ਆਦਮੀ ਹੈ, ਚਾਹੇ ਉਹ ਇੱਕ ਨੋਰਮਲ ਆਦਮੀ ਹੈ, ਪਰ ਕਿਸੇ ਦੀ ਇੱਥੇ ਲੀਕ ਨਹੀਂ ਹੁੰਦਾ, ਬਿਲਕੁਲ ਸਿਕਿਉਰ ਰੱਖਿਆ ਜਾਂਦਾ, ਉਹਦੀ ਸੀਕ੍ਰੇਟ ਰੱਖਿਆ ਜਾਂਦਾ ਹੈ, ਔਰ ਬਾਹਰ ਸਾਡੀ ਮੈਡੀਸਿਨ ਜਾਂਦੀ ਹੈ, ਉਹ ਲੋਕੀ ਬਹੁਤ ਹੈਪੀ ਹੈ। ਅਤੇ ਉਹਨਾਂ ਨੂੰ ਵਿਸ਼ਵਾਸ ਇੰਨਾ ਕੁ ਹੈ, ਉਹ ਡਾਕਟਰ ਸਾਹਿਬ ਨੂੰ ਕਹਿੰਦੇ ਹੈ 10 ਦਿਨ ਹੋ ਗਏ ਦਵਾਈ ਖਾਧੀ ਨੂੰ, ਡਾਕਟਰ ਸਾਹਿਬ 10 ਦਿਨਾਂ 'ਚ ਤੁਸੀਂ ਉਹ ਮੇਰੇ ਦਿਨ ਲਿਆਤੇ ਹੈ ਕਿ ਜਿਹੜਾ ਮੈਂ ਬਾਹਰ ਆ ਕੇ ਸੋਚਦਾ ਹੀ ਰਹਿੰਦਾ ਸੀ, ਉਦਾਸ ਹੀ ਰਹਿੰਦਾ ਸੀ, ਟੈਨਸ਼ਨ 'ਚ ਰਹਿੰਦਾ ਸੀ ਕਿ ਮੇਰੇ ਨੂੰ ਤਾਂ ਸਾਰਾ ਦਿਨ ਕੋਈ ਹੁਸ਼ਿਆਰੀ ਨਹੀਂ ਆਉਂਦੀ, ਮੈਨੂੰ ਤਾਂ ਕੋਈ ਫੀਲਿੰਗ ਹੀ ਨਹੀਂ ਆਉਂਦੀ, ਮੈਂ ਪੰਜਾਬ ਜਾ ਕੇ, ਮੈਂ ਇੰਡੀਆ ਜਾ ਕੇ ਕੀ ਕਰਾਂਗਾ, ਜਦੋਂ ਮੈਂ ਆਪਣੇ ਘਰ ਵਾਪਸ ਜਾਵਾਂਗਾ ਆਪਣੀ ਵਾਈਫ ਦੇ ਨਾਲ, ਜਦੋਂ ਮੈਂ ਰਿਲੇਸ਼ਨ 'ਚ ਆਵਾਂਗਾ, ਮੈਂ ਤਾਂ ਬਿਲਕੁਲ ਫੇਲ ਹੋ ਗਿਆ ਵਾਂ।
ਤੇ ਜਿਹੜੇ ਉੱਥੇ ਦਵਾਈ ਮੰਗਵਾਉਂਦੇ ਆ 10 ਦਿਨਾਂ ਬਾਅਦ ਫੋਨ ਕਰਕੇ ਕਹਿੰਦੇ ਡਾਕਟਰ ਸਾਹਿਬ ਤੁਹਾਡੇ ਚਰਨ ਕਿੱਥੇ। ਇੰਨਾ ਐਕਸਪੀਰੀਅੰਸ ਹੈ ਡਾਕਟਰ ਸਾਹਿਬ ਨੂੰ। ਕੱਲੀ ਤੁਹਾਡੀ ਦਵਾਈ ਖਾ ਲਈਏ ਬੰਦਾ ਠੀਕ ਹੋ ਜਾਏਗਾ? ਉਹ ਇਹਨਾਂ ਨੇ ਤੇ ਕਈ ਕਾਉਂਸਲਿੰਗ ਨਾਲ ਠੀਕ ਕਰਤੇ ਆ ਪੇਸ਼ੈਂਟ ਜਿਹੜੇ ਇਹਨੇ ਘਬਰਾਏ ਹੁੰਦੇ ਨੇ। ਬਾਕੀ ਦਵਾਈ ਅਗਲਾ ਵਿਧੀ ਨਾਲ ਖਾਵੇਗਾ ਨਾ, ਜਿਹਨੂੰ ਦਵਾਈ ਸਮਝ ਕੇ ਟਾਈਮ ਤੇ ਖਾਏਗਾ, ਪਰਹੇਜ਼ ਰੱਖੇਗਾ, ਤੇ ਕਿਉਂ ਨਹੀਂ ਫਰਕ ਪਏਗਾ? ਬਿਲਕੁਲ 100% ਫਰਕ ਪਏਗਾ। ਬੜੀ ਬੜੀ ਦੂਰੋਂ ਬਲੈਸਿੰਗ ਆਉਂਦੀਆਂ ਨੇ। ਜਿਨ੍ਹਾਂ ਦੇ ਘਰ ਬੇਔਲਾਦ ਨੇ, ਜਿਨ੍ਹਾਂ ਦੇ ਘਰ ਔਲਾਦ ਨਹੀਂ ਹੈ, ਡਾਕਟਰ ਸਾਹਿਬ ਨੇ ਇਹੋ ਜਿਹੀ ਦਵਾਈਆਂ ਦੇ ਦਿੱਤੀਆਂ ਕਿ ਅੱਜ ਉਹਨਾਂ ਦੇ ਘਰ ਕਿਲਕਾਰੀਆਂ ਦੀ ਗੂੰਜ ਆ ਗਈ ਹੈ। ਡਾਕਟਰ ਸਾਹਿਬ ਇਹ ਸਵਾਲ ਤਾਂ ਮੈਂ ਤੁਹਾਡੇ ਕੋਲ ਪੁੱਛਣਾ, ਬਾਜ਼ਾਰ ਦੇ ਵਿੱਚ 500 700 ਹਜ਼ਾਰ ਰੁਪਏ 'ਚ ਬੜੇ ਕੰਪਨੀਆਂ ਦਾਅਵੇ ਕਰਦੀਆਂ ਕਿ ਅਸੀਂ ਠੀਕ ਕਰ ਦਾਂਗੀਆਂ। ਕੋਈ 2 ਦਿਨ ਦੀ ਦਵਾਈ ਦੇ ਦਿੰਦਾ, ਕੋਈ 4 ਦਿਨ ਦੀ ਦੇ ਦਿੰਦਾ। ਤੁਸੀਂ ਕਹਿੰਦੇ ਮੈਂ 4200 ਰੁਪਏ ਲੈਣਾ ਮਹੀਨੇ ਦਾ। ਇਹ ਇਦਾਂ ਕਿਉਂ ਜੀ? ਦੇਖੋ ਜੀ, ਦਾਅਵੇ ਤੇ ਸਾਰੇ ਕਰਦੇ ਨੇ, ਲੇਕਿਨ ਪੇਸ਼ੈਂਟ ਠੀਕ ਹੋਣਾ ਚਾਹੀਦਾ। ਜੇ ਉਹਨਾਂ 1000 ਚ ਠੀਕ ਹੁੰਦਾ ਤੇ ਸਾਡੇ ਕੋਲ ਕਿਉਂ ਆਉਣ? ਹੁਣ ਦੁੱਧ ਵਿੱਚੋਂ ਮੱਖਣ ਘਿਓ ਨਿਕਲਦਾ ਨਾ ਕਿ ਪਾਣੀ ਚੋਂ। ਜੇ ਅਸੀਂ ਅੱਛੀ ਦਵਾਈ ਦੇਵਾਂਗੇ, ਪੂਰੇ ਗਰੰਟੀ ਪਾਵਾਂਗੇ, ਪੇਸ਼ੈਂਟ ਦੀ ਕੰਡੀਸ਼ਨ ਮੁਤਾਬਕ ਦਵਾਈ ਦੇਵਾਂਗੇ ਤੇ ਤਾਂ ਹੀ ਠੀਕ ਹੋਣਗੇ ਨਾ। ਤੁਸੀਂ ਗੱਲ ਕਿਸ ਤਰ੍ਹਾਂ ਕਹੀ ਹੈ ਕਿ ਇਹ ਮਹਿੰਗੀ ਦੇ ਰਹੇ ਹੋ? ਉਹ ਸਭ ਤੋਂ ਸਸਤੀ ਦਵਾਈ ਦੇ ਰਹੇ ਨੇ। 140 ਰੁਪਏ ਦੀ ਕੋਈ ਦਵਾਈ ਨਹੀਂ ਦਿੰਦਾ। ਇਹ ਸਿਰਫ ਅਸੀਂ 4200 ਰੁਪਏ ਦੀ ਦਵਾਈ ਦੇ ਰਹੇ ਨੇ ਡਾਕਟਰ ਸਾਹਿਬ। ਲੋਕੀ ਤੇ ਫੋਨ ਕਰੋ 15 ਹਜ਼ਾਰ ਰੁਪਈਆ 10 ਹਜ਼ਾਰ ਰੁਪਇਆ ਉਹ ਲੈ ਰਹੇ ਨੇ। ਤੁਸੀਂ ਕਿੱਦਾਂ ਕਹਿਤਾ ਜੀ ਕਿ ਵੱਧ ਲੈ ਰਹੇ ਹੋ? ਤੇ ਜਿਹੜੀ ਵੱਡੀਆਂ ਵੱਡੀਆਂ ਕੰਪਨੀਆਂ ਸ਼ੀਸ਼ੀਆਂ ਬਣਾਉਂਦੀਆਂ, ਕੋਈ 800 ਦੀ, ਕੋਈ 900 ਦੀ, ਕੋਈ 1500 ਦੀ, ਉਹ ਕੀ ਯਾਰ ਹੈ? ਇਹ ਵੱਡੀ ਵੱਡੀ ਕੰਪਨੀਆਂ ਵੇਖੋ, ਇਹ 1650 ਰੁਪਏ ਦੀ ਇਕੱਲੀ ਨਾਲ ਥੋੜਾ ਠੀਕ ਹੋਣਾ ਹੈ। ਇਹਨੂੰ ਬਣਾ ਕੇ ਪੈਸੇ ਜਿਹੜਾ ਇੰਗਰੀਡੀਅੰਟਸ ਬਣਾ ਕੇ ਤੁਸੀਂ ਬਣਾਓ ਇਕੱਲਾ, ਇਹ ਤੁਹਾਡਾ 15000 ਦਾ ਨੁਸਖਾ ਬਣੇਗਾ। ਇਹ ਦੇਖੋ 1650 ਰੁਪਏ ਦੀ 10 ਗੋਲੀਆਂ ਇਹਦੇ 'ਚ। ਘੱਟੋ ਘੱਟ ਕਿੰਨੀ ਦਵਾਈ ਲੈਣੀ ਪੈਂਦੀ ਜੀ? ਦੇਖੋ ਮੈਂ ਤੇ ਰეკਮੈਂਡ ਉਹੀ ਕਰਾਂਗਾ। ਕਈ ਪੇਸ਼ੈਂਟ ਹੈਗੇ ਆ, ਬਹੁਤ ਅੱਛਾ ਸਵਾਲ ਹੈ ਤੁਹਾਡਾ। 1 ਮਹੀਨਾ ਮੈਡੀਸਿਨ ਖਾ ਕੇ ਕਹਿੰਦੇ ਜੀ ਆਹ ਅਸੀਂ ਤੇ ਬਿਲਕੁਲ ਠੀਕ ਹੋ ਗਏ ਆ। ਪਰ ਮੈਂ ਉਹਨਾਂ ਨੂੰ ਆਪਣੀ ਐਡਵਾਈਸ ਦੇਵਾਂਗਾ ਕਿ 1 ਮਹੀਨਾ ਦਵਾਈ ਖਾ ਕੇ ਤੁਸੀਂ ਛੱਡਣੀ ਨਹੀਂ। ਡਾਕਟਰ ਸਾਹਿਬ ਨੂੰ ਆ ਕੇ ਮਿਲੋ, 1 ਮਹੀਨਾ ਹੋਰ ਉਹਨੂੰ ਐਕਸਟੈਂਡ ਕਰੋ ਮੈਡੀਸਿਨ ਨੂੰ, ਕਿਉਂਕਿ ਅੱਗੇ ਇਨ ਫਰਦਰ ਵੀ ਤੁਹਾਨੂੰ ਰਿਜ਼ਲਟ ਰਵੇ। ਠੀਕ ਹੈ ਨਾ? ਕਿਉਂਕਿ ਬਹੁਤ ਪੀਪਲ ਜਿਹੜੇ ਹੈਗੇ ਨੇ ਦੇ ਆਰ ਵੈਰੀ ਹੈਪੀ, ਜਿਹੜੇ ਬਾਹਰ ਵੀ ਬੈਠੇ ਨੇ, ਅਬਰੋਡ ਵੀ ਨੇ, ਕਿ ਬਹੁਤ ਅੱਛਾ ਰਿਜ਼ਲਟ ਹੈ ਡਾਕਟਰ ਸਾਹਿਬ ਦਾ। ਲੋਕਾਂ ਨੇ ਡਾਕਟਰ ਸਾਹਿਬ ਨੂੰ ਬਹੁਤ ਬਹੁਤ ਐਪਰੀਸ਼ੀਏਟ ਕੀਤਾ ਹੈ ਕਿ ਕਹਿੰਦੇ ਅਸੀਂ ਬਹੁਤ ਪਹਿਲੇ ਤੇ ਡਰਦੇ ਹੈ, ਫੋਨ ਕਰਦੇ ਹੈ ਕਿ ਨਹੀਂ ਤੁਸੀਂ ਵੀ ਸਾਨੂੰ ਲੁੱਟ ਲੈਣਾ ਜੀ, ਤੁਸੀਂ ਵੀ ਸਾਨੂੰ ਧੋਖਾ ਕਰ ਲੈਣਾ ਜੀ। ਫਿਰ ਅਸੀਂ ਕਹਿੰਦੇ ਹਾਂ ਕਿ ਭਰਾ ਤੂੰ 1 ਮਹੀਨੇ ਦੀ ਮੰਗਵਾ ਲੈ, ਜਿਹੜਾ ਬਾਹਰ ਬੈਠਾ ਹੈ, ਤੈਨੂੰ ਆਪੇ ਪਤਾ ਲੱਗ ਜਾਏਗਾ। ਲੋਕੀ ਲਾਸਟ ਮੰਥ ਡਾਕਟਰ ਸਾਹਿਬ ਨੂੰ ਘਰ ਸਪੈਸ਼ਲ ਬੰਦਾ ਯੂਕੇ ਤੋਂ ਮਿਲਣ ਆਇਆ, ਥੈਂਕਸ ਕਰਨ ਆਇਆ ਕਿ ਤੁਸੀਂ ਮੈਨੂੰ ਅੱਜ ਬਚਾ ਲਿਆ ਤੇ ਅੱਗੇ ਇਨ ਫਰਦਰ ਤੁਸੀਂ ਮੇਰੇ ਵਾਸਤੇ ਸਭ ਕੁਝ ਹੋ, ਕਿ ਤੁਸੀਂ ਮੇਰੇ ਨਾਲ ਇੰਗਲੈਂਡ ਚੱਲੋ, ਤੁਸੀਂ ਮੇਰੇ ਕੋਲ ਉੱਥੇ ਰਹੋ। ਨਹੀਂ, ਇਹ ਤਾਂ ਤੁਹਾਡੀ ਗੱਲ ਪੱਕੀ ਹੈ ਜੀ। ਤੁਹਾਡਾ ਬੜਾ ਵੱਡਾ ਨਾਮ ਹੈ, ਤਾਂ ਹੀ ਤੁਹਾਡੇ ਕੋਲ ਅਸੀਂ ਆਏ ਹਾਂ। ਉਹ ਨਾ ਉਸ ਪਰਮਾਤਮਾ ਨਾਲ ਜੀ ਜਿਹਨੇ ਮੈਨੂੰ ਆਸ਼ੀਰਵਾਦ ਦਿੱਤਾ ਹੈ। ਨਹੀਂ ਅਸੀਂ ਠੀਕ ਹੈ। ਦਵਾਈ ਬਾਕੀ ਇਹ ਹੈ ਕਿ ਅਸੀਂ ਉਸ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਰੱਖ ਕੇ ਜਾਨ ਪਰਮਾਤਮਾ ਨੂੰ ਦੇਣੀ ਹੈ। ਸਾਨੂੰ ਕੋਈ ਪੈਸੇ ਦਾ ਲਾਲਚ ਨਹੀਂ, ਸਾਨੂੰ ਸਿਰਫ ਪੇਸ਼ੈਂਟ ਦੀ ਸਿੰਪਥੀ ਔਰ ਆਰਾਮ ਦਾ ਮਤਲਬ ਹੁੰਦਾ। ਉਹ ਠੀਕ ਹੋ ਜਾਵੇ। ਅਗਰ ਉਹ ਠੀਕ ਹੋ ਗਿਆ, 10 ਪੇਸ਼ੈਂਟ ਉਹਦੇ ਨਾਲ ਜੁੜਨਗੇ, ਸਾਡੀ ਇਸ ਤਰ੍ਹਾਂ ਚੈਨ ਬਣਦੀ ਹੈ। ਇਹ ਸਾਡੀ ਚੈਨ ਦੇ ਇੱਕ ਲੋਕਾਂ ਨੂੰ ਬਲਬ ਜਗਾ ਕੇ ਬੱਤੀ ਜਗਾਉਣ ਵਾਲੀ ਗੱਲ ਹੈ। ਬਾਕੀ ਅਸਲੀ ਬੱਤੀ ਸਾਡੀ ਜਿਹੜੇ ਪੇਸ਼ੈਂਟ ਨੇ, ਜਿਹੜੇ ਠੀਕ ਹੋ ਕੇ ਦੂਜੇ ਮਾਊਥ ਟੂ ਮਾਊਥ ਸਾਡੀ ਜਿਹੜੀ ਇਹ ਪ੍ਰੇਜ ਕਰਕੇ ਸਾਡੇ ਕੋਲ ਆਉਂਦੇ ਨੇ। ਅਸਲੀ ਬੱਤੀ ਅਸੀਂ ਜਗਾਉਂਦੇ ਇਸੇ ਕਰਕੇ ਐਡ ਦਿੰਦੇ ਹਾਂ ਕਿ ਉਹਨਾਂ ਨੂੰ ਪਤਾ ਲੱਗੇ ਕੋਈ ਡਾਕਟਰ ਅੱਛਾ ਹੈ, ਅੱਛੀ ਦਵਾਈ ਦਿੰਦਾ ਹੈ, ਪੇਸ਼ੈਂਟ ਨਾਲ ਸਿੰਪਥੀ ਰੱਖਦਾ ਹੈ। ਇਸ ਕਰਕੇ ਉਹ ਸਾਡੇ ਕੋਲ ਆਉਂਦੇ ਨੇ, ਉਹਨਾਂ ਨੂੰ ਆਰਾਮ ਵੀ ਆਉਂਦਾ। ਸਾਨੂੰ ਤੇ ਐਡ ਦੇਣ ਦੀ ਲੋੜ ਨਹੀਂ ਹੈਗੀ, ਕਿਉਂਕਿ ਇਹ ਬਿਮਾਰੀ ਹੈ। ਜੇ ਤੁਸੀਂ ਠੀਕ ਹੋ ਗਏ ਨਾ, ਤੁਸੀਂ ਆਪਣੇ ਦੋਸਤ ਨੂੰ ਨਹੀਂ ਦੱਸਣਾ, ਕਿਉਂਕਿ ਉਹ ਤੁਹਾਡਾ ਮਜ਼ਾਕ ਉਡਾਏਗਾ, ਤੈਨੂੰ ਇਹ ਬਿਮਾਰੀ ਯਾਰ ਹੈ। ਇਸੇ ਕਰਕੇ ਐਡ, ਇਸ ਕਰਕੇ ਲੋਕਾਂ ਨੂੰ ਜਾਗਰੂਕ ਕਰਦੇ ਆ ਕਿ ਤੁਸੀਂ ਆਪਣੇ ਪੈਸੇ ਨਾ ਖਰਾਬ ਕਰੋ। ਠੀਕ ਹੈ? ਜੇ ਤੁਹਾਨੂੰ ਕਈ ਵਾਰ ਕਾਉਂਸਲਿੰਗ ਨਾਲ ਵੀ ਪੇਸ਼ੈਂਟ ਠੀਕ ਹੋ ਜਾਂਦਾ ਹੈ। ਕਈ ਵਾਰ 17-18 ਸਾਲ ਦੇ ਬੱਚੇ ਆ ਜਾਂਦੇ, ਉਹਨਾਂ ਨੂੰ ਦਵਾਈ ਨਹੀਂ ਦਿੰਦੇ ਅਸੀਂ। ਜੇ ਅੱਜ ਉਹ 18 ਸਾਲ ਦੀ ਉਮਰ 'ਚ ਦਵਾਈ ਖਾਏਗਾ ਤੇ ਅੱਗੇ 30 ਸਾਲ 'ਚ ਜਾ ਕੇ ਕੀ ਕਰੇਗਾ? ਡਾਕਟਰ ਸਾਹਿਬ ਬਹੁਤ ਵੇਖ ਕੇ ਪੂਰਾ ਉਹਨਾਂ ਐਨਾਲਾਈਜ਼ ਕਰਕੇ ਤਦ ਜਾ ਕੇ ਦਵਾਈ ਦਿੰਦੇ ਨੇ। ਐਵੇਂ ਪੈਸੇ ਦਾ ਲਾਲਚ ਨਹੀਂ ਹੈਗਾ। ਇੱਕ ਮੇਰੀ ਬੇਨਤੀ ਹੈ ਤੁਹਾਡੇ ਵੀਵਰਸ ਨੂੰ, ਜਿਨ੍ਹਾਂ ਨੇ ਵੀ ਮੈਡੀਸਿਨ ਲੈਣੀ ਹੈ ਉਹੀ ਕਾਲ ਕਰਨ, ਔਰ ਕਾਲ ਕਰਨ ਦਾ ਟਾਈਮ ਹੈ 12 ਤੋਂ 3 ਵਜੇ ਤੱਕ ਕਾਲ ਕਰ ਲੈਣ, 4 ਵਜੇ ਤੱਕ ਕਰ ਲੈਣ। ਠੀਕ ਹੈ? ਤੇ ਬਾਕੀ ਅਪੁਆਇੰਟਮੈਂਟ ਲੈ ਕੇ ਡਾਕਟਰ ਸਾਹਿਬ ਨੂੰ ਮਿਲ ਸਕਦੇ ਨੇ। ਤੇ ਸਾਡਾ ਐਡਰੈਸ ਹੈ ਜੀ 100 ਫੁੱਟੀ ਰੋਡ, ਸਾਹਿਲ ਹੈਲਥ ਕੇਅਰ ਸੈਂਟਰ, ਸ਼ਾਪ ਨੰਬਰ 265, ਗੋਕੁਲ ਕਾ ਬਾਗ, ਅੰਮ੍ਰਿਤਸਰ। तो नंबर ਤੇ ਐਡਰੈਸ ਮੈਂ ਉੱਪਰ ਪਿਨ ਵੀ ਕਰ ਰਿਹਾ ਹਾਂ। ਟਾਈਮ ਜ਼ਰੂਰ ਯਾਦ ਰੱਖੋ ਕਿ 12 ਵਜੇ ਤੋਂ ਲੈ ਕੇ 4 ਵਜੇ ਤੱਕ ਹੀ ਕਾਲ ਕਰਨੀ ਹੈ। ਜੇ ਤੁਸੀਂ ਲੇਟ ਦੇਖਦੇ ਪਏ ਹੋ ਇਸ ਵੇਲੇ, ਨੰਬਰ ਨੋਟ ਕਰਕੇ ਰੱਖ ਲਓ। ਕੱਲ ਸਵੇਰੇ
अर्ਲੀ ਫੋਨ ਕਰ ਲਈਓ ਇਹਨਾਂ ਨੂੰ, ਕਿਉਂਕਿ ਬਾਕੀ ਇਹਨਾਂ ਦਾ ਟਾਈਮ ਹੁੰਦਾ ਆ, ਇਹ ਪੇਸ਼ੈਂਟਸ ਵੀ ਦੇਖਣੇ ਹੁੰਦੇ ਆ ਸਰ, ਇਸ ਕਰਕੇ ਫੋਨ ਨਹੀਂ ਚੱਕਦੇ, ਕਿਉਂਕਿ ਜਦੋਂ ਪੇਸ਼ੈਂਟ ਨੂੰ ਦੇਖਦੇ ਨੇ ਬੜਾ ਧਿਆਨ ਨਾਲ ਪੂਰੀ ਸਮਝ ਕੇ ਕਰਦੇ ਨੇ, ਔਰ ਜਦੋਂ ਤੁਹਾਨੂੰ ਫੋਨ ਤੇ ਵੀ ਕੰਸਲਟੈਂਸੀ ਦੇਣਗੇ ਤਾਂ ਤੁਹਾਡੇ ਨਾਲ ਪੂਰੀ ਚੰਗੇ ਤਰੀਕੇ ਨਾਲ ਦਿਲ ਲਾ ਕੇ ਤੁਹਾਨੂੰ ਸਮਝਾਉਣਗੇ। ਔਰ ਮੈਂ ਤੁਹਾਨੂੰ ਇਸ ਗੱਲ ਦੀ ਗਾਰੰਟੀ ਦੇ ਸਕਦਾ, ਤੁਸੀਂ ਇਹਨਾਂ ਕੋਲ ਦਵਾਈ ਮੰਗੋਗੇ ਤੁਸੀਂ ਸੱਚੀ ਖੁਸ਼ ਹੋਵੋਗੇ। ਔਰ ਲੋਕਾਂ ਨੂੰ ਵੀ ਦੱਸਿਓ, ਜਿਨ੍ਹਾਂ ਨੂੰ ਲੋੜ ਹੈ, ਆਪਣੇ ਲਈ ਲੋੜ ਹੈ ਤਾਂ ਜ਼ਰੂਰ ਇੱਕ ਵਾਰੀ ਕਾਲ ਕਰਿਓ। ਭਾਈ ਬਹੁਤ ਵਧੀਆ ਕੰਮ ਕਰ ਰਹੇ ਆ, ਬਹੁਤ ਲੋਕਾਂ ਦੀ ਪਿਛਲੀ ਵਾਰੀ ਵੀਡੀਓ 'ਚ ਲੋਕਾਂ ਨੇ ਸਾਨੂੰ ਫੋਨ ਕਰਕੇ ਕਿਹਾ ਵੀ ਵਧੀਆ ਕੰਮ ਕੀਤਾ, ਅਸੀਂ ਤਾਂ ਹੀ ਦੁਬਾਰਾ ਤੋਂ ਆਏ ਆ। ਸੋ ਤੁਹਾਡਾ ਰੀਅਲੀ ਪਹਿਲੇ ਮੈਂ ਥੈਂਕ ਯੂ ਕਰਦਾ। ਕਈ ਲੋਕਾਂ ਨੂੰ ਲੋੜ ਹੁੰਦੀ ਹੈ, ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਚੀਜ਼ ਸਾਂਝੀ ਕਰਦੇ ਲੋਕਾਂ ਨਾਲ। ਔਰ ਜੇ ਤੁਸੀਂ ਵੀ ਦੇਖ ਰਹੇ ਹੋ, ਇੱਕ ਛੋਟਾ ਜਿਹਾ ਬਟਨ ਸ਼ੇਅਰ ਦਾ ਤੁਸੀਂ ਵੀ ਸਾਂਝਾ ਕਰ ਦਿਓ। ਥੈਂਕ ਯੂ ਸੋ ਮਚ, ਮਿਲਾਂਗੇ ਨੈਕਸਟ ਵੀਡੀਓ ਜੀ।